ਉਹ ਸੁਣਾ ਬਿੱਲੂ ਪੁੱਤਰ ਕੀ ਹਾਲ ਹੈ ਤੇਰਾ? ਉਹ ਮੈਂ ਠੀਕ ਚਾਚੂ ਜੀ, ਤੁਸੀਂ ਸੁਣਾਓ। ਤੇ ਪੁੱਤਰ ਵੱਡੇ ਭਰਾ ਫਲਕਸ਼ੇਰ ਦੀ ਸੁਣਾ ਕੀ ਹਾਲ ਈ? ਵੱਡਾ ਭਰਾ ਵੀ ਠੀਕ ਹੈ। ਤੇ ਪੁੱਤਰ ਤੂੰ ਕੋਈ ਕੰਮ ਸ਼ਮ ਵੀ ਕਰਦਾ ਹੈ ਕਿ ਨਹੀਂ? ਉਹ ਮੈਂ ਕੰਮ ਕੀ ਕਰਨਾ ਚਾਚੂ ਜੀ, ਵੱਡਾ ਭਰਾ ਬਾਹਰ ਹੁੰਦਾ ਹੈ, ਅਸੀਂ ਘਰ ਦੇ ਕੰਮ ਕਰੀਦੇ ਨੇ, ਹੋਰ ਅਸੀਂ ਕੀ ਕਰਨਾ ਹੈ। ਉਹ ਪੁੱਤਰ ਉਹ ਮਿਹਨਤ ਕਰਦਾ ਹੈ ਤੇ ਉਹਦਾ ਕੋਈ ਅਹਿਸਾਸ ਵੀ ਕਰਿਆ ਕਰੋ, ਉਹਦਾ ਹੱਥ ਵੰਡਾਓ। ਉਹ ਨਹੀਂ ਚਾਚੂ ਜੀ, ਸਾਰੀ ਉਮਰ ਕੰਮ ਹੀ ਕਰਨਾ ਹੈ। ਉਹ ਪਰ ਪੁੱਤਰ ਫਿਰ ਕੀ ਹੋਇਆ, ਕੰਮ ਕਰਦਾ ਪਿਆ ਤੇ ਸਾਡੀਆਂ ਦੁਆਵਾਂ ਨਾਲ ਹੀ ਰੱਬ ਨੂੰ ਦੇਣ ਡਿਆ। ਉਹ ਚੰਗਾ ਪੁੱਤਰ ਚੰਗਾ, ਠੀਕ ਹੈ, ਰੱਬ ਰਾਖਾ। ਚੰਗਾ ਚਾਚੂ ਜੀ, ਠੀਕ ਹੈ, ਓਕੇ। ਲੋ ਯਾਰ, ਡਿਊਟੀ ਦਾ ਟਾਈਮ ਤੇ ਹੋ ਗਿਆ ਖਤਮ। ਜਾ ਕੇ ਹੁਣ ਕੁਛ ਖਾਣ ਪੀਣ ਦਾ ਕਰ ਲਈਏ। ਚੰਗਾ ਸਾਜੀ, ਮੇਰੀ ਡਿਊਟੀ ਖਤਮ ਹੋ ਗਈ ਜੇ, ਮੈਂ ਚਲਾ ਜੇ। ਅੱਲਾ ਹਾਫਿਜ਼। ਓਹੋ, ਕੰਮ ਦੀ ਵੀ ਡੇਟ ਆਉਣ ਵਾਲੀ ਹੈ ਯਾਰ, ਉਹ ਵੀ ਪੈਸੇ ਇਕੱਠੇ ਕਰਨੇ ਪੈਣੇ ਨੇ। ਘਰ ਵੀ ਪੈਸੇ ਕਰਨੇ ਨੇ ਯਾਰ, ਐਤਕੀ ਕਹਿੰਦੇ ਸਨ ਥੋੜ੍ਹੇ ਵੱਧ ਕਰ ਲਈ। अपनी भी यार कपड़ा भी कोई नहीं, कोल जुत्ती भी टुट गई है। चलो अपनी खैर है, पहले पीछे का कोई हिसाब किताब ला लिए, फिर कुछ बचया तो चलो अपना वेख लवांगे। यार घर फोन कर लीए हैं। अस्सलाम वालेकुम। ओला दी बंदीए, हाल वाल ते पहले कर लै, फुर्सत ही फुर्सत है, तेरे सामने मजदूरी करन डिया, मैं किहड़ा इत्थे वेला बैठा वां। ओ बेगम गल ते सुन लै मेरी, सीधा तानिया ते शुरू हो गई है, होया की है? ओ कुछ दस ते सही, पर होया की, गल की होई है? ओहो, पर दस ते सही किहड़ी गल, कुछ दसेगी ते फिर ही पता चलेगा ना, होया की है, की कहता तेनू मां जिया ने, की हो गया है? कोई गल ते दस। फोन कट दिता है, चंगी अल्लाह दी बंदी है। यार की करा मैं।
ਟੈਨਸ਼ਨਾਂ ਹੀ ਨਹੀਂ ਮੁੱਕਦੀਆਂ ਯਾਰ। ਚਲੋ ਮਾਂ ਜੀ ਨੂੰ ਫੋਨ ਕਰ ਲੈਂਦੇ ਹਾਂ, ਮਾਂ ਜੀ ਨੂੰ ਫੋਨ ਕਰਕੇ ਪੁੱਛ ਲੈਂਦੇ ਹਾਂ ਕੀ ਗੱਲ ਹੈ। अस्सलाम वालेकुम मां जी, की हाल चाल है? ठीक हो? क्यों है मां जी, तबीयत तो ठीक जे ना? सिर दर्द क्यों होंदा पिया? पर मां जी होया की है, दसो तो सही की गल हुई है? ओ मां जी, पर होया की है, दसो तो सही। ओ मां जी, मैं थोड़ी ना लियांदी, पसंद ते तुहाडी सी ना। ओए होए। अच्छा मां जी, तुसी परेशान ना हो, मैं समझावांगा ਉਹਨੂੰ। अच्छा भेज दांगा मां जी, मैं ਤੁਹਾਡੇ ਪੈਸੇ ਤੁਹਾਡੇ ਵਾਸਤੇ ਭੇਜ ਦਾਂਗਾ, ਤੁਸੀਂ ਚੈੱਕਅਪ ਕਰਵਾ ਲੈਣਾ। ਹਾਂਜੀ ਚਲੋ ਕਰਵਾਓ ਗੱਲ ਮੇਰੀ ਬਿੱਲੂ ਨਾਲ। ਮੈਂ ਠੀਕ ਹਾਂ ਬਿੱਲੂ, ਤੂੰ ਸੁਣਾ ਕੀ ਹਾਲ ਹੈ ਤੇਰਾ? ਕੋਈ ਕੰਮ ਸ਼ਾਮ ਲੱਭਿਆ ਹੀ ਕਰਨ ਨੂੰ ਕਿ ਨਹੀਂ? ਓਏ ਅੱਲਾ ਦਿਆ ਬੰਦਿਆ, ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ। ਬੰਦਾ ਮਿਹਨਤ ਕਰਦਾ ਹੈ ਤੇ ਫਿਰ ਇੱਕ ਮੁਕਾਮ ਤੱਕ ਪਹੁੰਚਦਾ ਹੈ। ਜ਼ਰੂਰੀ ਨਹੀਂ ਹੈ ਕਿ ਤੂੰ ਜਨਾਬ ਕੋਈ ਕਰੋੜਾਂ ਦਾ ਲੱਖਾਂ ਦਾ ਬਿਜ਼ਨਸ ਹੀ ਸ਼ੁਰੂ ਕਰੇ ਤੇ ਫੇਰ ਹੀ ਪਹੁੰਚੇਗਾ ਕਿਸੇ ਮੁਕਾਮ, ਉਹ ਫੇਰ ਹੀ ਸ਼ੁਰੂ ਕਰੇਗਾ। ਤੂੰ ਮੇਰਾ ਪੁੱਤਰ ਕੋਈ ਕੰਮ ਲੱਭ, ਕੋਈ ਸ਼ੁਰੂਆਤ ਤੇ ਕਰ ਕਿਤੋਂ, ਕੋਈ ਥੋੜਾ ਤੈਨੂੰ ਐਕਸਪੀਰੀਅੰਸ ਮਿਲੇਗਾ ਤੇ ਫੇਰ ਹੀ ਅੱਗੇ ਵਧੇਗਾ ਨਾ। ਉਹ ਪਰ ਮੈਨੂੰ ਇਹ ਦੱਸ ਹੋਇਆ ਕੀ ਏ, ਕਿਉਂ ਮਾਹੌਲ ਗਰਮ ਹੈ ਇੰਨਾ, ਕੀ ਵਜ੍ਹਾ ਹੈ? ਤੈਨੂੰ ਕਿਉਂ ਨਹੀਂ ਪਤਾ ਭਾਈ, ਤੂੰ ਘਰ 'ਚ ਨਹੀਂ ਰਹਿੰਦਾ? ਬਿੱਲੂ ਪੁੱਤਰ ਫੇਰ ਪੈਸੇ? ਹਜੇ ਮੈਂ ਤੈਨੂੰ ਹਫਤਾ ਡੇਢ ਪਹਿਲੇ ਤੇ ਪੈਸੇ ਭੇਜੇ ਨੇ, ਉਹਨਾਂ ਦਾ ਕੀ ਬਣਿਆ ਹੈ? ਉਹ ਗੱਲ ਸੁਣ ਪੁੱਤਰ, ਇੱਥੇ ਕੋਈ ਦਰਖਤਾਂ ਨਾਲ ਤੇ ਨਹੀਂ ਲੱਗੇ ਹੈ, ਮੈਂ ਵੀ ਮਿਹਨਤ ਮਜ਼ਦੂਰੀ ਕਰਨੀ ਹੁੰਦੀ ਏ, ਤਨਖਾਹ ਆਂਦੀ ਏ, ਮੈਂ ਸਾਰੇ ਪੈਸੇ ਤੁਹਾਨੂੰ ਘੱਲ ਦੇਣਾ ਵਾਂ ਆਪਣਾ, ਮੈਂ ਇੱਥੇ ਹੈਂਡ ਟੂ ਮਾਊਥ ਪਤਾ ਕਿਵੇਂ ਗੁਜ਼ਾਰਾ ਕਰਨਾ ਵਾਂ। ਤੇ ਹੁਣ ਪੁੱਤਰ ਤਨਖਾਹ ਆਏਗੀ ਤੇ ਫੇਰ ਹੀ ਮਿਲਣਗੇ ਨਾ, ਮੈਂ ਕਿੱਥੋਂ ਦੇ ਦੇਵਾਂ ਪਹਿਲੇ ਤੈਨੂੰ? ਉਹ ਪਰ ਮੇਰੀ ਸੂਰਤ ਹਾਲ ਵੀ ਤੇ ਸਮਝੋ ਨਾ, ਇੱਥੇ ਮੈਂ ਕਿਹਦੇ ਕੋਲੋਂ ਮੰਗਾ, ਕੀ ਕਰਾਂ ਦੱਸੋ ਮੈਨੂੰ? ਮੈਂ ਕੋਈ ਦਰਖਤਾਂ ਤੋਂ ਲਾ ਲਾ ਕੇ ਤੇ ਨਹੀਂ ਨਾ ਤੁਹਾਨੂੰ ਭੇਜਣੇ। ਉਹ ਪਰ ਮੇਰੀ ਗੱਲ ਤੇ ਸੁਣ ਬਿੱਲੂ ਪੁੱਤਰ। ਉਹ ਫੋਨ ਹੀ ਕੱਟ ਦਿੱਤਾ ਯਾਰ। ਓਹੋ, ਕਿਹਨੂੰ ਬੰਦਾ ਦੱਸੇ ਆਪਣੇ ਪਰਦੇਸ ਦਾ ਦੁੱਖ ਤੇ ਕਿਹਦੇ ਨਾਲ ਗੱਲ ਕਰੇ? ਬੇਗਮ ਨੂੰ ਫੋਨ ਕਰ ਲਓ ਤੇ ਉਹਦੇ ਆਪਣੇ ਰੋਲੇ ਹੁੰਦੇ ਨੇ, ਉਹਦੇ ਆਪਣੇ ਸਿਆਪੇ ਹੁੰਦੇ ਨੇ ਕਿ ਅੱਜ ਇਹ ਹੋ ਗਿਆ, ਅੱਜ ਹੋ ਗਿਆ। ਮਾਂ ਨੂੰ ਫੋਨ ਕਰ ਲਓ, ਕਹਿੰਦੀ ਤੇਰੀ ਬੇਗਮ ਮੇਰੇ ਨਾਲ ਸਹੀ ਸਲੂਕ ਨਹੀਂ ਕਰਦੀ, ਮੈਨੂੰ ਪੁੱਛਦੀ ਨਹੀਂ ਹੈ। ਭੈਣ ਭਰਾਵਾਂ ਨਾਲ ਗੱਲ ਕਰੋ, ਕੋਈ ਮੋਬਾਈਲ ਮੰਗੇਗਾ, ਕੋਈ ਆਪਣੀ ਫਰਮਾਇਸ਼ ਪਾਏਗਾ, ਕਿਸੇ ਨੂੰ ਪੈਸੇ ਚਾਹੀਦੇ ਨੇ। ਪਰਦੇਸੀਆਂ ਦਾ ਕੋਈ ਫਿਕਰ ਹੀ ਨਹੀਂ ਕਰਦਾ, ਕੋਈ ਪੁੱਛਦਾ ਹੀ ਨਹੀਂ ਹੈ ਕਿ ਪੁੱਤਰਾ ਕਿਹੜੇ ਹਾਲ 'ਚ ਤੂੰ। ਪਹਿਲੀ ਨੇੜੇ ਹੁੰਦੀ ਏ ਤੇ ਸਾਰੇ ਰਾਬਤਾ ਕਰਦੇ ਨੇ, ਸਾਰੇ ਪੁੱਛਦੇ ਨੇ ਪੁੱਤਰ ਕੀ ਹਾਲ ਹੈ, ਕਿੱਥੇ ਵੇਂ, ਕਿਵੇਂ ਵੇਂ।
ਜਦੋਂ ਤਨਖਾਹ ਆਉਂਦੀ ਏ ਵੰਡ ਦੇਈਦੀ ਏ, ਭੇਜ ਦੇਈਦੀ ਏ, ਉਸ ਤੋਂ ਬਾਅਦ ਕੋਈ ਫੋਨ ਹੀ ਨਹੀਂ ਕਰਦਾ। ਆਪ ਕਰ ਲਓ ਤੇ ਅੱਗੋਂ ਤੁਹਾਡੇ ਸਾਹਮਣੇ ਹੀ ਜੋ ਸੂਰਤ ਹਾਲ ਹੈ ਆਹੀ ਕੁਝ ਸੁਣਨ ਨੂੰ ਮਿਲਦਾ। ਕਾਸ਼ ਕੋਈ ਸਾਡਾ ਪਰਦੇਸੀਆਂ ਦਾ ਵੀ ਅਹਿਸਾਸ ਕਰੇ, ਕੋਈ ਸਾਡੀ ਵੀ ਸੂਰਤ ਹਾਲ ਨੂੰ ਸਮਝੇ ਤੇ ਕੋਈ ਸਾਡੀ ਵੀ ਫਿਕਰ ਕਰਨ ਵਾਲਾ ਹੋਵੇ ਕਿ ਅਸੀਂ ਕਿਹੜੇ ਹਾਲ 'ਚ ਇੱਥੇ ਬੈਠੇ ਆ, ਆਪਣੇ ਮਾਪਿਓ ਤੋਂ ਦੂਰ, ਆਪਣੇ ਭੈਣ ਭਰਾਵਾਂ ਤੋਂ ਦੂਰ, ਆਪਣੇ ਬੀਵੀ ਬੱਚਿਆਂ ਤੋਂ ਦੂਰ ਬੈਠੇ ਅਸੀਂ ਉਹਨਾਂ ਦੇ ਵਾਸਤੇ, ਉਹਨਾਂ ਦੇ ਬਿਹਤਰ ਮੁਸਤਕਬਲ ਵਾਸਤੇ ਤੇ ਉਹਨਾਂ ਨੂੰ ਖਵਾਉਣ ਵਾਸਤੇ, ਫੀਡ ਕਰਨ ਵਾਸਤੇ ਅਸੀਂ ਇੱਥੇ ਖੱਜਲ ਹੁੰਦੇ ਹਾਂ। ਸਾਨੂੰ ਬਦਲੇ 'ਚ ਉਹਨਾਂ ਕੋਲੋਂ ਕੁਝ ਨਹੀਂ ਚਾਹੀਦਾ ਹੁੰਦਾ ਸਿਵਾਏ ਇੱਕ ਅਹਿਸਾਸ ਦੇ। ਥੋੜ੍ਹਾ ਜਿਹਾ ਅਹਿਸਾਸ ਉਹ ਵੀ ਸਾਡਾ ਕਰ ਲੈਣ, ਸਾਨੂੰ ਵੀ ਆਪਣਾ ਸਮਝਣ, ਸਾਡੀਆਂ ਮਜਬੂਰੀਆਂ ਵੀ ਸਮਝਣ ਤੇ ਉਹਦੇ ਨਾਲ ਮਾਮਲਾਤ ਬਹੁਤ ਠੀਕ ਹੋ ਜਾਂਦੇ ਨੇ। ਸਾਨੂੰ ਸਿਰਫ ਇਹਨਾਂ ਨਾਲ ਹੀ ਖੁਸ਼ੀ ਹੋ ਜਾਂਦੀ ਕਿ ਸਾਡਾ ਅਹਿਸਾਸ ਕਰਦੇ ਨੇ। ਲੈ मना सो जा, सवेरे काम पे जाना है टाइम नाल। तो व्यूअर्स ये वीडियो थी परदेशियों के मसाइल को थोड़ा सा उजागर करने के लिए और उनके जो दिल में जज्बात और एहसासात होते हैं उनकी अक्कासी करने के लिए। और ये वीडियो के लिए भी मुझे मेरे एक परदेसी दोस्त ने ही रिक्वेस्ट की थी कि आप इस पे एक वीडियो बनाएं, तो मैंने अपनी तरफ से एक छोटी सी काविश की है। अब ये आपको किस हद तक पसंद आई है ये आपने डिसाइड करना है कमेंट्स और लाइक्स के ज़रिए। और फर्दर अगर आप चाहते हैं कि हम इसी मौजू पे मज़ीद वीडियोस बनाएं तो आप प्लीज़ हमें कमेंट्स में बताएं, अपनी राय का इजहार करें। और ये सब दिखाने का मकसद किसी को डिग्रेड करना बिल्कुल नहीं था, ये सरासर परदेशियों के मसाइल को उजागर करने के लिए था। और इस वीडियो में अगर कोई नाम वगैरह यूज़ किए गए हैं तो बिल्कुल फ़र्जी हैं, उनका हकीकत से कोई ताल्लुक़ नहीं है। और किसी किस्म की अगर मुमासलत होती है तो वो महज इत्तफाकिया होगी। तो व्यूअर्स बराए मेहरबानी जाने से पहले हमारे चैनल को सब्सक्राइब कर दें, बेल आइकॉन प्रेस कर दें ताकि आने वाली हर वीडियो आपको इन टाइम मिल सके। थैंक यू।